अस्सलाम वालेकुम जी दोस्तों की हाल है ठीक हो। अच्छा दोस्तों, ਸ਼ੂਗਰ ਦਾ ਜਿਹੜਾ ਮਰਜ਼ ਆ ਨਾ ਉਹ ਸਾਡੇ ਮੁਲਕ 'ਚ ਬਹੁਤ ਆਮ ਆ ਔਰ ਸ਼ੂਗਰ ਦੇ ਨਾਲ ਬਹੁਤ ਸਾਰੀ ਅਲਾਮਤ ਹੁੰਦੀਆਂ ਨੇ ਕਿਉਂਕਿ ਸ਼ੂਗਰ ਹਮੇਸ਼ਾ ਹੀ ਅਲਾਮਤ ਪੈਦਾ ਕਰਦੀ ਆ ਔਰ ਉਹ ਜਿਹੜੀ ਅਲਾਮਤ ਹੁੰਦੀਆਂ ਨੇ ਉਹਦਾ ਇਲਾਜ ਜਿਹੜਾ ਨਾ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਫਰਜ਼ ਕਰੋ ਇੱਕ ਬੰਦੇ ਨੂੰ ਸ਼ੂਗਰ ਆ, ਉਹ ਕਹਿੰਦਾ ਜੀ ਸ਼ੂਗਰ ਦੇ ਨਾਲ ਮੇਰੇ ਹੱਥ ਬਹੁਤ ਸੌਂਦੇ ਨੇ ਜਾਂ ਮੇਰੇ ਪੈਰ ਬਹੁਤ ਸੌਂਦੇ ਨੇ, ਮੇਰੇ ਪੈਰ ਸੁੰਨ ਨਹੀਂ ਰਹਿੰਦੇ ਨੇ, ਮੇਰੀਆਂ ਉਂਗਲੀਆਂ ਸੁੰਨ ਰਹਿੰਦੀਆਂ ਨੇ, ਇਹਨਾਂ ਦੇ ਉੱਤੇ ਕੋਈ ਚੀਜ਼ ਅਗਰ ਲਾਈ ਵੀ ਜਾਵੇ ਤੇ ਮਹਿਸੂਸ ਨਹੀਂ ਹੁੰਦਾ, ਜਾਂ ਇਹਨਾਂ ਦੇ ਉੱਤੇ ਤੁਸੀਂ ਚੁਟਕੀ ਕੱਟੀ ਜਾਵੇ ਫਿਰ ਵੀ ਮਹਿਸੂਸ ਨਹੀਂ ਹੁੰਦਾ, ਕਿਸੇ ਚੀਜ਼ ਨਾਲ ਪੈਰ ਲੱਗ ਜਾਣ ਫਿਰ ਵੀ ਮਹਿਸੂਸ ਨਹੀਂ ਹੁੰਦਾ। ਯਾਨੀ ਕਿ ਪੈਰ ਜਾਂ ਉਂਗਲੀਆਂ ਸੁੰਨ ਹੁੰਦੀਆਂ ਨੇ ਔਰ ਅਕਸਰ ਲੋਕਾਂ ਦੇ ਬਾਜ਼ੂ ਵੀ ਸੁੰਨ ਹੋ ਜਾਂਦੇ ਨੇ, ਜਿਸਮ ਦੇ ਪੱਠੇ ਜਿਹੜੇ ਅਕੜਨੇ ਸ਼ੁਰੂ ਹੋ ਜਾਂਦੇ ਨੇ, ਪੱਠੇ ਐਵੇਂ ਯਾਨੀ ਅਕੜਾਓ 'ਚ ਹੁੰਦੇ ਨੇ ਔਰ ਹਮੇਸ਼ਾ ਦਰਦ ਹੋ ਰਿਹਾ ਹੁੰਦਾ ਹੈ ਔਰ ਉਹ ਲੋਕ ਕੰਮ ਕਰਨ ਤੋਂ ਬੜਾ ਮਜਬੂਰ ਹੁੰਦੇ ਨੇ, ਕੰਮ ਨਹੀਂ ਕਰ ਸਕਦੇ। ਤੇ ਦੋਸਤੋ, ਅਗਰ ਕਿਸੇ ਮੇਰੇ ਦੋਸਤ ਨੂੰ, ਮੇਰੇ ਭਾਈ ਨੂੰ ਐਸੀ ਅਲਾਮਤ ਪੈਦਾ ਹੋ ਜਾਂਦੀ ਆ ਕਿ ਸ਼ੂਗਰ ਦੇ ਨਾਲ ਉਹਦੇ ਹੱਥ ਪੈਰ ਸੌਣੇ ਸ਼ੁਰੂ ਹੋ ਜਾਂਦੇ ਨੇ, ਉਹਦੇ ਇਜ਼ਾਜ਼ ਸੌਣੇ ਸ਼ੁਰੂ ਹੋ ਜਾਂਦੇ ਨੇ, ਉਹਦੇ ਪੱਠਿਆਂ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਔਰ ਉਹਦੀ ਬਿਨਾਈ ਕੰਮ ਹੋਣਾ ਸ਼ੁਰੂ ਹੋ ਜਾਂਦੀ ਹੈ। ਅਕਸਰ ਲੋਕਾਂ ਦੀ ਬਿਨਾਈ ਕੰਮ ਹੋਣਾ ਸ਼ੁਰੂ ਹੋ ਜਾਂਦੀ ਆ ਸ਼ੂਗਰ ਦੀ ਵਜ੍ਹਾ ਤੋਂ, ਵੇਟ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਨਾਂ ਦੀਆਂ ਪਿੰਡਲੀਆਂ ਸੁੰਨ ਹੋਣਾ ਸ਼ੁਰੂ ਹੋ ਜਾਂਦੀਆਂ ਨੇ, ਪਿੰਡਲੀਆਂ 'ਚ ਦਰਦ ਬਹੁਤ ਹੁੰਦਾ ਹੈ, ਰਾਤ ਨੂੰ ਲੇਟਦੇ ਆ ਦਰਦ ਹੋ ਰਿਹਾ ਹੁੰਦਾ ਹੈ, ਸੁਬਾਹ ਉੱਠ ਕੇ ਚੱਲਦੇ ਆ ਦਰਦ ਹੋ ਰਿਹਾ ਹੁੰਦਾ ਹੈ। ਤੇ ਉਹ ਲੋਕ ਯਾਨੀ ਬੜੇ ਬੇਚੈਨ ਤੇ ਬੇਤਾਬ ਰਹਿੰਦੇ ਨੇ, ਉਹ ਬੜੇ ਇਲਾਜ ਕਰਾਉਂਦੇ ਨੇ, ਡਾਕਟਰ ਕੋਲ ਜਾਂਦੇ ਨੇ, ਡਾਕਟਰ ਕਹਿੰਦਾ ਜੀ ਐਲੋਮੈਥਿਕਬਾਲ ਦੀ ਗੋਲੀ ਖਾਓ ਜਾਂ ਮੈਥਿਕਬਾਲ ਦਾ ਟੀਕਾ ਲਵਾਓ ਜਾਂ ਸਰਬੈਕਸ ਜੀ ਦੀ ਗੋਲੀ ਲਿਖ ਦਿੰਦੇ ਨੇ ਕਿ ਜੇ ਤੁਸੀਂ ਇੱਕ ਰੋਜ਼ ਖਾਓ। ਔਰ ਇਹ ਦਵਾਈਆਂ ਐਸੀਆਂ ਨੇ ਕਿ ਤਾਹਯਾਤ ਖਾਣੀਆਂ ਪੈਂਦੀਆਂ ਨੇ, ਮਰੀਜ਼ ਨੂੰ ਲਿਖ ਕੇ ਦੇ ਦਿੰਦੇ ਨੇ, ਬਾਅਦ ਜੇ ਮਰੀਜ਼ ਖਾ ਰਿਹਾ ਹੈ ਤੇ ਜ਼ਿੰਦਗੀ ਗੁਜ਼ਰ ਰਹੀ ਆ, ਹਾਲਾਂਕਿ ਉਹਦਾ ਕੋਈ ਖਾਸ ਫਾਇਦਾ ਵੀ ਨਹੀਂ ਹੋ ਰਿਹਾ ਹੁੰਦਾ। ਸਰਬੈਕਸ ਜੀ ਖਾ ਰਿਹਾ, ਵਕਤੀ ਤੌਰ ਤੇ ਠੀਕ ਹੋ ਰਿਹਾ ਹੈ, ਰਾਤ ਨੂੰ ਗੋਲੀ ਖਾਧੀ ਆ, ਅਗਲਾ ਦਿਨ ਆਸਾਨੀ ਨਾਲ ਲੰਘ ਗਿਆ, ਫਿਰ ਅਗਲੇ ਦਿਨ ਦੁਬਾਰਾ ਰਾਤ ਨੂੰ ਗੋਲੀ ਖਾਣੀ ਪੈਂਦੀ ਆ। ਮੈਥਿਕਬਾਲ ਦੀ ਗੋਲੀ ਇੱਕ ਸੁਬਾਹ ਖਾਣੀ ਪਊਗੀ, ਇੱਕ ਸ਼ਾਮ ਖਾਣੀ ਪਊਗੀ। ਤੁਸੀਂ ਅਗਰ ਗ਼ਜ਼ਾ ਭੁੱਲ ਗਏ ਹੋ ਤੇ ਤੁਹਾਡਾ ਟਾਈਮ ਗੁਜ਼ਰ ਸਕਦਾ ਹੈ, ਖਾਣਾ ਭੁੱਲ ਗਏ ਹੋ, ਅਗਰ ਤੁਸੀਂ ਗੋਲੀ ਖਾਣਾ ਭੁੱਲ ਗਏ ਹੋ ਤੇ ਟਾਈਮ ਨਹੀਂ ਗੁਜ਼ਰ ਸਕਦਾ ਕਿਉਂਕਿ ਤੁਹਾਡੇ ਪੱਠਿਆਂ 'ਚ ਦਰਦ ਸ਼ੁਰੂ ਹੋ ਜਾਊਗਾ ਤੇ ਨਾਲ ਸ਼ੂਗਰ ਦੀ ਗੋਲੀ ਵੀ ਖਾਣੀ ਪਊ। ਅਗਰ ਕਿਸੇ ਮੇਰੇ ਭਾਈ ਨੂੰ ਇਹ ਸਿਚੁਏਸ਼ਨ ਹੈ ਕਿ ਉਹਦੇ ਹੱਥ ਪੈਰ ਸੁੰਨ ਹੁੰਦੇ ਆ, ਉਹਦੇ ਪੱਠਿਆਂ 'ਚ ਦਰਦ ਹੁੰਦਾ, ਹੋਮਿਓਪੈਥਿਕ ਦਵਾ ਕਾਸਟੀਕਮ 1 ml ਤਾਕਤ ਦੇ ਵਿੱਚ ਲਵੋ ਔਰ ਉਹਨੂੰ 5 ਕਤਰੇ ਤੀਸਰੇ ਦਿਨ 2 ਘੁੱਟ ਪਾਣੀ 'ਚ ਪਾ ਕੇ ਪੀਓ। ਤੁਸੀਂ ਦੇਖੋਗੇ ਕਿ ਜਦੋਂ ਤੁਸੀਂ 10 ਤੋਂ 15 ਖੁਰਾਕਾਂ ਲਈਆਂ ਨੇ, ਤੁਹਾਨੂੰ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਰਹੀ। ਤੁਹਾਡੇ ਜਿਹੜਾ ਸੁੰਨਪਨ ਸੀ, ਪੈਰ ਸੁੰਨ ਸੀ, ਹੱਥ ਸੁੰਨ ਸੀ, ਅਸਾਬ ਸੁੰਨ ਸੀ, ਅਸਾਬ 'ਚ ਦਰਦ ਸੀ, ਉਹ ਠੀਕ ਹੋਣੇ ਸ਼ੁਰੂ ਹੋ ਗਏ ਨੇ। ਔਰ ਜਦੋਂ ਤੁਸੀਂ ਮਹੀਨਾ ਡੇਢ ਮਹੀਨਾ ਇਹਨੂੰ ਕੰਟੀਨਿਊ ਕੀਤਾ ਤੇ ਦੁਬਾਰਾ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਤੁਹਾਨੂੰ ਕੋਈ ਤਕਲੀਫ ਹੈ, ਤੁਸੀਂ ਦਵਾਈ ਨਹੀਂ ਖਾਣੀ। ਤੇ ਦੋਸਤੋ, ਹੋਮਿਓਪੈਥਿਕ ਰੈਮਡੀ ਤੇ ਐਸੀ ਹੀ ਰੈਮਡੀ ਆ ਕਿ ਉਹ ਮੁਕੰਮਲ ਤੌਰ ਤੇ ਸ਼ਫਾ ਦੇਣ ਦੀ ਸਲਾਹੀਅਤ ਰੱਖਦੀ ਆ। ਅਗਰ ਕਿਸੇ ਮੇਰੇ ਭਾਈ ਨੂੰ ਇਹ ਮਸਲਾ ਹੈ ਤੇ ਉਹ ਇਹ ਦਵਾਈ ਲੈ ਸਕਦਾ ਹੈ। ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਮਜ਼ੀਦ ਲੋਕਾਂ ਤੱਕ ਪਹੁੰਚੇ ਔਰ ਉਹਨਾਂ ਦਾ ਵੀ ਫਾਇਦਾ ਹੋ ਸਕੇ। ਔਰ ਸਾਡੇ ਅਕਾਊਂਟ ਨੂੰ ਫਾਲੋ ਕਰ ਲਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡਾ ਔਰ ਸਾਡਾ ਰਾਬਤਾ ਰਵੇ। ਸ਼ੁਕਰੀਆ, ਅੱਲਾਹ ਹਾਫਿਜ਼।